ਸਾਹਿਬ ਕੀ ਗੱਲਬਾਤ ਹੋਈ, ਮੁਲਾਕਾਤ ਹੋਈ ਹੈ? ਚੰਨੀ ਸਾਹਿਬ ਨੂੰ ਮਿਲਣ ਆਏ ਸੀ। ਉਹਨਾਂ ਨਾਲ ਐਜ਼ ਏ ਮਿਨਿਸਟਰ ਰਹੇ, ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਦਾ ਕਾਰਜਕਾਲ ਰਿਹਾ। ਉਹਨਾਂ ਦਾ ਧੰਨਵਾਦ ਵੀ ਕਰਨ ਆਏ ਸੀ ਤੇ ਚੰਨੀ ਸਾਹਿਬ ਤੋਂ ਆਸ਼ੀਰਵਾਦ ਵੀ ਲੈਣ ਆਏ ਸੀ। ਸਾਡੇ ਵੱਡੇ ਭਰਾ ਹੈ, ਬਲੇਸਿੰਗਸ ਲੈਣ ਆਏ ਸੀ। ਸੋ ਇਹੀ ਕੰਮ ਸੀਗਾ, ਹੋਰ ਤਾਂ ਕੋਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨਾਲ ਹੀ ਖੜੇ ਨੇ। ਚੰਨੀ ਸਾਹਿਬ ਮੁਲਾਕਾਤ ਹੋਈ ਹੈ ਜੀ, ਕਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ? ਨਵੇਂ ਪ੍ਰਧਾਨ ਮੈਨੂੰ ਬੜੀ ਖੁਸ਼ੀ ਹੈ ਕਿ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਪ੍ਰਧਾਨ ਬਣੇ ਆ, ਆਸ਼ੂ ਜੀ, ਇਹ ਦੋਨੋਂ ਜੋੜੀ ਹੈ ਜਿਹੜੀ, ਇਹਦੇ ਤੇ ਸਾਨੂੰ ਬੜਾ ਮਾਣ ਹੈ। ਔਰ ਆਉਣ ਵਾਲੇ ਸਮੇਂ 'ਚ ਮੇਰੀਆਂ ਇਹਨਾਂ ਨੂੰ ਸ਼ੁਭ ਕਾਮਨਾਵਾਂ। ਅਸੀਂ ਸਾਰੇ ਜਣੇ ਨਾਲ ਰਲ ਕੇ ਇਹਨਾਂ ਦੇ ਕਾਂਗਰਸ ਨੂੰ ਫੇਰ ਅੱਗੇ ਲੈ ਕੇ ਜਾਵਾਂਗੇ। ਚੰਨ ਸਾਹਿਬ, ਲੱਗਦਾ ਹੈ ਕਿ ਨਵੀਂ ਟੀਮ ਜਿਹੜੀ ਹੈ ਕਾਂਗਰਸ ਨੂੰ ਮਜ਼ਬੂਤ ਕਰ ਪਾਊਗੀ, ਕਿਉਂਕਿ ਪਿਛਲੇ ਕਾਫੀ ਸਮਾਂ ਤੋਂ ਗੁੱਟਬਾਜ਼ੀ ਵੱਡੇ ਪੱਧਰ ਬਹੁਤ ਹੀ ਜ਼ਬਰਦਸਤ ਬੰਦਿਆਂ ਨੂੰ ਬਣਾਇਆ ਗਿਆ ਹੈ। ਇਹਨਾਂ 'ਚ ਅੱਗੇ ਵਧਣ ਦੀ ਸੋਚ ਹੈ, ਇੱਕ ਜਜ਼ਬਾ ਹੈ ਦੇਸ਼ ਔਰ ਕੌਮ ਦੀ ਸੇਵਾ ਕਰਨ ਦਾ, ਪੰਜਾਬੀਆਂ ਦੀ ਸੇਵਾ ਕਰਨ ਦਾ। ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਕਾਂਗਰਸ ਨੂੰ ਅੱਗੇ ਲੈ ਕੇ ਜਾਣਗੇ। ਚੰਨੀ ਸਾਹਿਬ, ਇੱਕ ਤੁਹਾਨੂੰ ਲੈ ਕੇ ਖਬਰਾਂ ਆ ਰਹੀਆਂ ਨੇ ਕਿ ਈਡੀ ਵੱਲੋਂ ਨੋਟਿਸ ਹੋਇਆ ਤੁਹਾਨੂੰ? ਮੈਨੂੰ ਨੋਟਿਸ ਹੀ ਨਹੀਂ ਹੋਇਆ। ਕੱਲ ਮੈਨੂੰ ਬੁਲਾਇਆ ਗਿਆ ਸੀ ਤੇ ਮੈਂ ਈਡੀ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦੇ ਦਿੱਤੇ ਹੈ। ਇਹਦੇ 'ਚ ਇੱਕ ਚਲਾਨ ਆਲਰੇਡੀ ਪੇਸ਼ ਹੋ ਚੁੱਕਿਆ ਹੈ ਤੇ ਜੋ ਮੈਨੂੰ ਪੁੱਛਿਆ ਗਿਆ ਮੈਂ ਉਹ ਦੱਸ ਦਿੱਤਾ। ਮੈਟਰ ਸਬ ਜੁਡੀਸ਼ੀਅਸ ਹੈ। ਦੁਬਾਰਾ ਫਿਰ ਤੋਂ ਤੁਹਾਨੂੰ ਬੁਲਾਇਆ ਜਾ ਸਕਦਾ ਹੈ? ਬੁਲਾਇਆ ਨਹੀਂ ਗਿਆ ਮੈਨੂੰ ਦੁਬਾਰਾ। ਕਿਹਾ ਜਾ ਰਿਹਾ ਜੀ 16 ਤਰੀਕ ਨੂੰ ਕਿਉਂਕਿ ਨਹੀਂ ਬੁਲਾਇਆ ਗਿਆ, ਨਹੀਂ ਬੁਲਾਇਆ ਗਿਆ ਮੈਨੂੰ ਦੁਬਾਰੇ। ਜੋ ਮੈਨੂੰ ਪੁੱਛਿਆ ਗਿਆ ਸੀ ਮੈਂ ਉਹ ਦੱਸ ਦਿੱਤਾ। ਤੁਹਾਡੇ ਰਿਸ਼ਤੇਦਾਰ ਵਾਲੇ ਕੇਸ ਦੇ ਵਿੱਚ ਪੁੱਛਗਿੱਛ ਹੋਈ? ਜੀ ਹਾਂ, ਉਹਦੇ ਵਿੱਚ ਹੀ ਹੈ। ਕੀ ਲੱਗਦਾ ਸਭ ਫੇਰ ਹੋ ਰਿਹਾ ਜੀ? ਨਹੀਂ, ਇਹ ਤਾਂ ਹੁਣ ਮੈਂ ਅਜੇ ਨਹੀਂ ਸੋਚ। ਲੇਕਿਨ ਹੋਰ ਦੀ ਮੌਜੂਦਾ ਸਰਕਾਰ ਨੂੰ ਕਿਵੇਂ ਦੇਖ ਰਹੇ ਹੋ? ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਰਹੀ ਹੈ, ਕਿਵੇਂ ਦੇਖਦੇ ਹੋ ਕਾਰਗੁਜ਼ਾਰੀ ਨੂੰ? ਤੁਸੀਂ ਖੁਦ ਕਮਾਂਡ ਸੰਭਾਲੀ ਰੱਖੀ ਹੈ ਪੰਜਾਬ ਦੀ। ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਲੋਕ ਬਦਲਾਵ ਚਾਹੁੰਦੇ ਸੀ, ਉਹਨਾਂ ਦੇ ਅਨੁਸਾਰ ਬਦਲਾਵ ਆਇਆ ਹੈ। ਅਜੇ ਸ਼ੁਰੂਆਤ ਹੋਈ ਹੈ, ਜਿਵੇਂ ਜਿਵੇਂ ਅੱਗੇ ਸਰਕਾਰ ਵਧੇਗੀ ਉਸੇ ਤਰ੍ਹਾਂ ਇਹਨੂੰ ਦੇਖਿਆ ਜਾਏਗਾ। ਕਿਵੇਂ ਦੇਖ ਰਹੇ ਹੋ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ? ਤੁਹਾਨੂੰ ਕਿੰਨੇ? ਮੈਂ ਉਹੀ ਕਹਿ ਰਿਹਾ ਕਿ ਅਜੇ ਤੁਸੀਂ 10-20 ਦਿਨਾਂ 'ਚ ਕਿਆ ਕਾਰਗੁਜ਼ਾਰੀ ਦੇਖੋਗੇ? ਉਹਨੂੰ ਟਾਈਮ ਦਿੱਤਾ ਜਾਣਾ ਚਾਹੀਦਾ ਤੇ ਉਹਨੂੰ ਕੰਮ ਕਰਨ ਦਿਓ। ਬਿਜਲੀ ਕਹਿੰਦੇ ਬੜੀ ਜਲਦੀ 300 ਯੂਨਿਟ ਕਹਿੰਦੇ ਮਾਫੀ ਕੀਤੀ ਸੀ। ਜਦੋਂ ਕਰਾਂਗੇ ਦੇਖਾਂਗੇ। ਲੇਕਿਨ ਅਸੀਂ 3 ਰੁਪਏ ਜਿਹੜਾ ਯੂਨਿਟ ਮਾਫ ਕੀਤਾ ਸੀ ਉਹ ਇੱਕ ਬਹੁਤ ਬੜੀ ਗੱਲ ਸੀ। ਜੇ ਉਹ ਵਾਪਸ ਲਿਆ ਜਾਂਦਾ ਹੈ ਤਾਂ ਹਰ ਬੰਦੇ ਨੂੰ, ਪੰਜਾਬ ਦੇ ਨੂੰ ਬਹੁਤ ਨੁਕਸਾਨ ਹੋਣਾ ਹੈ। ਜੇ 300 ਯੂਨਿਟ ਮਾਫ ਵੀ ਕਰ ਦੇਣਗੇ, 301 ਜਦ ਹੋਣਾ ਹੈ ਤਾਂ ਉਹ ਸਾਰੇ ਪੈਸੇ ਉਹਨੂੰ ਦੁਬਾਰੇ ਪੈ ਜਾਣੇ ਆ। ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਜੇ ਰੇਟ ਵਧਾ ਦਿੱਤੇ ਗਏ। ਜੇ ਰੇਟ ਇਹੀ ਰੱਖੇ ਗਏ ਫਿਰ ਹੁਣ 200 ਯੂਨਿਟ ਤਾਂ ਪਹਿਲਾਂ ਹੀ 27 ਲੱਖ ਪਰਿਵਾਰਾਂ ਦਾ ਮਾਫ ਹੈ। ਪੰਜਾਬ ਦੇ ਵਿੱਚ 27 ਲੱਖ ਪਰਿਵਾਰ ਐਸੇ ਹੈ ਜਿਨ੍ਹਾਂ ਦਾ 200 ਯੂਨਿਟ ਪਹਿਲਾਂ ਹੀ ਮਾਫ ਹੈ। ਹੁਣ ਜੇ 300 ਯੂਨਿਟ ਕਰਕੇ ਇਹ ਕਹਿ ਦਿੱਤਾ ਗਿਆ ਕਿ ਜੇ 301 ਹੋ ਗਏ ਤਾਂ 300 ਵੀ ਖਤਮ ਹੈ, ਤਾਂ ਉਹ ਜਿਹੜੇ 200 ਯੂਨਿਟ 27 ਲੱਖ ਪਰਿਵਾਰਾਂ ਨੂੰ ਮਿਲ ਰਹੇ ਉਹਨਾਂ ਦਾ ਬਹੁਤ ਬੜਾ ਨੁਕਸਾਨ ਹੋ ਜਾਣਾ, ਉਹਨਾਂ ਦੇ ਵੀ ਜਾਂਦੇ ਰਹਿਣੇ ਆ। ਇਸ ਕਰਕੇ ਬਹੁਤ ਹੀ ਸੋਚ ਸਮਝ ਕੇ ਫੈਸਲਾ ਲੈਣ ਦੀ ਲੋੜ ਹੈ। ਸਰਕਾਰ ਮੈਨੂੰ ਲੱਗਦਾ ਹੈ ਕਿ ਅੱਛਾ ਫੈਸਲਾ ਲਏਗੀ। ਧੰਨਵਾਦ। ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਨੋਟਿਸ ਦੀ ਗੱਲ ਹੋ ਰਹੀ ਹੈ ਔਰ ਜਿਹੜੀ ਜਾਂਚ ਦੀ ਗੱਲ ਹੋ ਰਹੀ ਹੈ ਈਡੀ ਨੂੰ ਲੈ ਕੇ, ਇਸ ਨੂੰ? ਸੋ ਮੈਂ ਸਮਝਦਾ ਕਿ ਹਜੇ ਉਹਦੇ ਤੇ ਕੋਈ ਟਿੱਪਾ ਟਿੱਪਣੀ ਕਰਨੀ ਕੋਈ ਜਾਇਜ਼ ਨਹੀਂ ਹੈ। ਹੋ ਸਕਦਾ ਹੈ ਈਡੀ ਜਾਇਜ਼ ਜਾਂਚ ਕਰੇ, ਹੋ ਸਕਦਾ ਹੈ ਕਿਸੇ ਪ੍ਰਭਾਵ ਦੇ ਥੱਲੇ ਕਰਕੇ ਕਹੇ, ਲੇਕਿਨ ਜਿੰਨਾ ਚਿਰ ਕੋਈ ਐਸੀ ਗੱਲ ਸਾਹਮਣੇ ਨਹੀਂ ਆਉਂਦੀ ਉਹਦੇ ਤੇ ਕੋਈ ਟਿੱਪਾ ਟਿੱਪਣੀ ਕਰਨੀ ਮੈਨੂੰ ਲੱਗਦਾ ਬਿਹਤਰੀਨ ਨਹੀਂ ਹੋਏਗਾ। ਵੜਿੰਗ ਸਾਹਿਬ, ਸਿੱਧੂ ਮੂਸੇਵਾਲੇ ਨੂੰ ਲੈ ਕੇ ਵਿਵਾਦ ਜਿਹੜਾ ਖੜਾ ਹੋ ਗਿਆ ਔਰ ਇਹ ਕਹਿ ਰਹੇ ਨੇ ਕਿ ਪੰਜਾਬੀਆਂ ਨੂੰ ਲੈ ਕੇ ਜਿਹੜੀ ਸ਼ਬਦਾਵਲੀ ਤੁਹਾਡੇ ਬੜੇ ਕਰੀਬੀ ਨੇ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਕਿਦਾਂ ਇਸ ਤਰੀਕੇ ਨਾਲ ਹਾਰ ਨੂੰ ਬਰਦਾਸ਼ਤ ਨਹੀਂ ਕਰ ਰਹੇ? ਦੇਖੋ, ਮੈਂ ਵੈਸੇ ਸਿੱਧੂ ਮੂਸੇਵਾਲੇ ਦੇ ਕੋਈ ਐਸੀ ਗੱਲ ਮੈਂ ਮੂੰਹ ਤੋਂ ਸੁਣੀ ਨਹੀਂ ਹੈ, ਬਟ ਅਗਰ ਮੈਨੂੰ ਲੱਗਦਾ ਜਨਤਾ ਨੂੰ ਕਿਸੇ ਨੂੰ ਗੱਲ ਨਹੀਂ, ਮੈਂ ਨਹੀਂ ਇਹ ਗਾਣਾ ਸੁਣਿਆ। ਬਿਲਕੁਲ ਮੈਂ ਇਹ ਗਾਣਾ ਨਹੀਂ ਸੁਣਿਆ। ਬਟ ਐਸੀ ਗੱਲ ਅਗਰ ਕਹੀ ਗਈ ਹੁੰਦੀ ਤਾਂ ਕੁਛ ਨਾ ਕੁਛ ਪੰਜਾਬੀਆਂ 'ਚ ਮੈਨੂੰ ਕੋਈ ਐਸਾ ਕੋਈ ਰੋਸ ਦੇਖਣ ਨੂੰ ਵੀ ਨਹੀਂ ਮਿਲਿਆ। ਹਾਂ, ਹੋ ਸਕਦਾ ਹੈ ਕਿ ਮੈਂ ਆ ਮੀਡੀਆ ਤੁਹਾਡੇ ਹਾਊਸਸ ਤੋਂ ਸੁਣਦਾ ਹਾਂ ਜੋ ਤੁਸੀਂ ਗੱਲ ਕਹਿੰਦੇ ਹੋ ਕਿ ਸਿੱਧੂ ਮੂਸੇਵਾਲੇ ਨੇ ਕੁਛ ਕਿਹਾ ਹੈ। ਅਦਰਵਾਈਜ਼ ਕੋਈ ਐਸੇ ਸ਼ਬਦਾਵਲੀ ਦੀ ਜੇ ਵਰਤੋਂ ਬੰਦਾ ਕਰਦਾ ਹੈ ਤਾਂ ਫਿਰ ਜਨਤਾ ਹੀ ਉੱਠ ਖੜੀ ਹੁੰਦੀ ਹੈ ਨਾ ਉਹਦੇ ਖਿਲਾਫ। ਲੇਕਿਨ ਸੱਤਾ ਕਹਿ ਰਹੀ ਹੈ ਕਿ ਪੰਜਾਬੀਆਂ ਨੂੰ ਗੱਦਾਰ ਤੱਕ ਕਹਿਤਾ ਸਿੱਧੂ ਮੂਸੇਵਾਲੇ। ਮੈਂ ਉਹੀ ਕਹਿਣਾ ਹੈ ਕਿ ਸੱਤਾ ਤੇਰੀ ਕਹਿ ਰਹੀ ਹੈ, ਜਿਨ੍ਹਾਂ ਨੂੰ ਕਿਹਾ ਹੈ ਉਹਨਾਂ ਨੇ ਤਾਂ ਮੈਨੂੰ ਹਜੇ ਤੱਕ ਕਿਤੇ ਕੋਈ ਐਸੀ ਨਜ਼ਰ ਨਹੀਂ ਆਇਆ ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਉਹਨਾਂ ਨੇ ਕਹੀ ਹੈ। ਹਾਂਜੀ, जिस तरीके दे नाल शक्ति प्रदर्शन हुण पिछे भी देखे गए सी, हार तो बाद भी क्या हुण चीज़ां बंद होणगी, इकट्ठे होकर स्टेज के ऊपर पूरी कांग्रेस दिखेगी? उम्मीद है जी, साडा मोटिव ही यही है और मैनू लगता है कि असीं सब नूं कोशिश करांगे,
ਸਾਰੇ ਸਤਿਕਾਰਯੋਗ ਕਾਂਗਰਸ ਦੇ ਆਗੂ ਸਾਹਿਬਾਨਾਂ ਨੂੰ ਉਹਨਾਂ ਦਾ ਮਾਰਗਦਰਸ਼ਨ ਲੈ ਕੇ ਉਹਨਾਂ ਤੋਂ ਸਲਾਹ ਮਸ਼ਵਰਾ ਲੈ ਕੇ ਉਹਨਾਂ ਨੂੰ ਇਕੱਠੇ ਲੈ ਕੇ ਜਾਈਏ ਬਾਕੀ ਆਉਣ ਵਾਲਾ ਸਮਾਂ ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲਬਾਤ ਹੋਈ ਹੈ, ਕਦੋਂ ਮਿਲਣ ਜਾ ਰਹੇ ਹੋ? ਪਹਿਲੇ ਕਰਜ਼ੇ ਥੱਲੇ ਉਸ ਤੋਂ ਬਾਅਦ 18 ਕਰੋੜ ਰੁਪਏ ਦੀ ਹੋਰ ਗੱਡੀਆਂ ਅੱਜ ਮਾਈਨਿੰਗ ਨੂੰ ਲੈ ਕੇ ਵੀ ਉਹਨਾਂ ਨੇ ਦੇਖੋ tweet ਜੀ ਕੀਤਾ ਹੈ। ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ, ਮੈਂ ਕੋਈ ਜ਼ਿਆਦਾ ਕ੍ਰਿਟਿਸਿਜ਼ਮ ਨਹੀਂ ਕਰਨਾ ਚਾਹੁੰਦਾ। ਉਹਨਾਂ ਦੀ ਸਰਕਾਰ ਹੈ, ਉਹ ਜੋ ਮਰਜ਼ੀ ਲੈਣ, ਚਾਹੇ ਆਪਦੇ ਮਿਨਿਸਟਰਸ ਵਾਸਤੇ ਜਹਾਜ਼ ਲੈ ਲੈਣ, ਪਰ ਰੋਜ਼ਾਨਾ ਇਹ ਗੱਲ ਕਰਨੀ ਬਦਲਾਵ ਦੀ। ਪੈਨਸ਼ਨਸ ਉਹਨਾਂ ਦੀਆਂ ਕੱਟ ਦਿੱਤੀਆਂ ਗਈਆਂ, ਜਿਹੜੀਆਂ ਡਬਲ ਪੈਨਸ਼ਨ ਦੀ ਗੱਲ ਕਰ ਰਹੇ ਸੀ। ਤੁਸੀਂ ਚਾਹੁੰਦੇ ਹੋ ਕਿ ਅਸੀਂ ਬਦਲਾਵ ਲਿਆਉਣਾ ਚਾਹੁੰਦੇ ਹੋ, ਨਵਾਂ ਕੁਝ ਕਰਨਾ ਚਾਹੁੰਦੇ ਹੋ। ਮੇਰੇ ਖਿਆਲ ਕਾਂਗਰਸ ਦੀ ਸਰਕਾਰ ਦੇ ਵਿੱਚ ਅੱਜ ਅਗਰ ਤਨਖਾਹਾਂ ਦੀ ਗੱਲ ਕਰਦੇ ਤਾਂ ਐਮਐਲਏ ਦੀਆਂ ਜਿਹੜੀਆਂ ਤਨਖਾਹਾਂ ਸੀ ਉਹ ਵੀ ਦਿੱਲੀ ਨਾਲੋਂ ਬਹੁਤ ਘੱਟ ਹੈ ਐਮਐਲਏ ਨਾਲੋਂ। ਤੇ ਜੇ ਕਾਰਾਂ ਸਾਡੇ ਕੋਲੇ ਮਿਨਿਸਟਰ ਸਾਹਿਬਾਨਾਂ ਕੋਲੇ ਇਨੋਵਾ ਗੱਡੀਆਂ ਸੀ ਜਿਹੜੀ ਕਿ ਮੇਰੇ ਖਿਆਲ ਅੱਧੀ ਕੀਮਤ ਦੀ ਆਉਂਦੀ ਹੈ, ਇਹਨਾਂ ਨੇ ਉਹ ਪ੍ਰਪੋਜ਼ਲ ਦਿੱਤਾ ਹੈ ਕਿ ਫੋਰਚੂਨਰ ਲਈਏ। ਫੈਸਲਾ ਉਹਨਾਂ ਦਾ, ਜੋ ਮਰਜ਼ੀ ਕਰਨ, ਲੇਕਿਨ ਜਿਹੜੀ ਬਦਲਾਵ ਨਜ਼ਰ ਆਉਂਦਾ ਸੀ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ। ਕਾਂਗਰਸ ਇਸ ਚੀਜ਼ ਨੂੰ ਲੈ ਕੇ ਸਵਾਲ ਖੜੇ ਕਰੀ ਕਿਉਂਕਿ ਵਿਰੋਧੀ ਤੇ ਰਹਿ ਕਾਂਗਰਸ ਕਿਆ ਇਹ ਚੀਜ਼ਾਂ ਦੇ ਉੱਪਰ ਸਵਾਲ ਖੜੇ ਕੀਤੇ ਹਨ? ਸਰਕਾਰ ਲਗਾਤਾਰ ਕਹਿ ਰਹੀ ਕਿ ਸਾਨੂੰ ਸਮਾਂ ਚਾਹੀਦਾ ਪੰਜਾਬ ਦੇ ਵਿੱਚ ਬਦਲਾਵ ਲਈ। ਅਸੀਂ ਚਾਹੁੰਦੇ ਹਾਂ ਜੀ, ਬਿਲਕੁਲ ਉਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਹੈ, ਇਸੇ ਕਰਕੇ ਤਾਂ ਕੋਈ ਬਹੁਤਾ ਟਿੱਪਣੀ ਨਹੀਂ ਕਰ ਰਹੇ। ਜਦੋਂ ਸਮਾਂ ਆਏਗਾ ਉਦੋਂ ਜਨਤਾ ਦੀ ਆਵਾਜ਼ ਬੁਲੰਦ ਕਰਾਂਗੇ। ਬਿਲਕੁਲ ਅਗਰ ਭਗਵੰਤ ਮਾਨ ਜੀ ਸਮਾਂ ਲੈਣਾ ਚਾਹੁੰਦੇ ਆ ਲੈਣ, ਮਹੀਨਾ ਹੋ ਗਿਆ, ਹੋਰ ਮਹੀਨਾ ਲੈ ਲੈਣ। ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲਬਾਤ ਹੋਈ ਹੈ ਜੀ, ਕਦੋਂ ਮਿਲਣ ਜਾ ਰਹੇ ਹੋ ਨਵਜੋਤ ਸਿੰਘ ਸਿੱਧੂ ਨੂੰ? ਨਹੀਂ ਜੀ, ਮੈਂ ਨਵਜੋਤ ਸਿੰਘ ਸਿੱਧੂ ਦਾ ਕੱਲ ਟਵੀਟ ਪੜਿਆ ਸੀ, ਜਦੋਂ ਮੈਡਮ ਦੀ ਜਿਹੜੀ ਤਬੀਅਤ ਸੀ ਉਹਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ। ਫਿਰ ਮੈਂ ਉਹਨਾਂ ਨੂੰ ਕਾਲ ਕੀਤਾ ਸੀ, ਉਹ ਫਿਰ ਮੇਰੀ ਗੱਲ ਨਹੀਂ ਹੋ ਸਕੀ। ਫਿਰ ਕਿਸੇ ਨੇ ਮੈਨੂੰ ਉਹਨਾਂ ਨੇ ਦੱਸਿਆ ਕਿ ਉਹ ਵਿਅਸਤ ਸੀਗੇ ਹਸਪੀਟਲ ਦੇ ਵਿੱਚ। ਬਿਲਕੁਲ ਉਹਨਾਂ ਨਾਲ ਗੱਲ ਕਰਾਂਗੇ, ਕੋਈ ਐਸੀ ਗੱਲ ਨਹੀਂ। ਟਰਾਂਸਪੋਰਟ ਮਹਿਕਮਾ ਤੁਸੀਂ ਲਗਾਤਾਰ ਕਹਿੰਦੇ ਸੀਗੇ ਵੀ ਫਾਇਦੇ ਚ ਹੈ, ਤੇ ਹੁਣ ਨਵੇਂ ਜਿਹੜੇ ਟਰਾਂਸਪੋਰਟ ਮੰਤਰੀ ਉਹ ਕਹਿ ਰਹੇ ਨੇ ਹੋਰ ਜ਼ਿਆਦਾ ਫਾਇਦੇ ਚ ਆ ਰਿਹਾ। ਤੁਸੀਂ ਕਿਵੇਂ ਦੇਖਦੇ? ਚਲੋ ਚੰਗੀ ਗੱਲ ਹੈ ਜੀ, ਹੋਰ ਜ਼ਿਆਦਾ ਫਾਇਦੇ ਚ ਹੋਣਾ ਚਾਹੀਦਾ, ਬਟ ਇਹ ਤਾਂ ਅੰਕੜੇ ਜਿਹੜਾ ਅਸੀਂ ਕੰਮਕਾਜ ਕਰਕੇ ਗਏ ਸੀ। ਕੋਈ ਵੀ ਚੀਜ਼ ਅੱਜ ਜਿਹੜੀ ਸਰਕਾਰ ਕਰ ਰਹੀ ਹੈ ਉਹ 15 ਦਿਨਾਂ ਚ 5 ਦਿਨਾਂ ਚ ਨਹੀਂ ਹੋ ਸਕਦੀ। ਉਹਨੂੰ ਕੁਝ ਨਾ ਕੁਝ ਮਗਰਲੀ ਸਰਕਾਰ ਕਰਕੇ ਗਈ ਹੋਏਗੀ। ਇਸ ਕਰਕੇ ਕਿਉਂਕਿ ਸਹੀ ਇਹਨਾਂ ਦੀ ਪਰਫਾਰਮੈਂਸ ਇਹਨਾਂ ਦੇ 2-3 ਮਹੀਨੇ ਬਾਅਦ ਪਤਾ ਲੱਗੇਗੀ, ਫਿਰ ਪਤਾ ਲੱਗੇਗਾ ਕਿ ਕੀ ਨਵਾਂ ਰੈਵਨਿਊ ਜਨਰੇਟ ਕੀਤਾ। ਮਾਰਚ ਚ ਜਿਹੜਾ ਸੀਗਾ ਉਦੋਂ ਕੋਈ ਮਾੜਾ ਮੋਟਾ ਐਕਸੀਡ ਹੋਇਆ, ਉਹਨੂੰ ਕੋਈ ਤੁਸੀਂ ਪ੍ਰਾਪਤੀ ਨਹੀਂ ਕਹਿ ਸਕਦੇ। ਚੰਗਾ, ਥੈਂਕ ਯੂ ਸੋ ਮਚ।